गुड मॉर्निंग ऑल। मैं रेनू जीएमएस बरनाला डिस्ट्रिक्ट मानसा अज 8वीं क्लास का पाठ तीजा कुदरती ते संश्लिष्ट रेशे करा रहे हैं सिंथैटिक एंड नैचुरल फाइबर्स। ठीक है, जिस तरह की फोटो च दिखाया गया है तो जिस तरह अंबरेला हैगी है एक संश्लिष्ट रेशे तो बनी हुई है। तो इस तरह साढ़े बहुत सारे कुदरती रेशे और संश्लिष्ट रेशे होंदे हन। वो किवें बनदे हन? मोनोमर मिल के छोटे छोटिया इकाइयां कार्बन दियां मिल के एक दूजे दे नाल जुड़ के बोलक बनाते हैं तो इदां रेशियां का निर्माण होंदा है। ये कुदरती भी होंदा और सिंथैटिक भी रेशे बनाए जाते हैं। इस च दिखाया गया कि किस तरह कार्बन के एटम मिल के एक दूसरे दे नाल मॉलीक्यूल्स मोनोमर मिल के पॉलीमर बनाते हैं, बोलक बनाते हैं। तो ये इस तरह इस च तुसी देख सकते हो कि कार्बन के छोटे छोटे मॉलीक्यूल मोनोमर मिल के एक दूसरे दे नाल वड्डियां चेन्स बनाते हैं कार्बनस दियां, जिन्होंने असी नैचुरल भी हो सकदियां और वो सिंथैटिक भी। तो इन्हों असी बोलक कहते हैं। तो बोलक मिल के बोलक्स तो प्लास्टिक और पॉलीमर बनते हैं। तो ये हो गए कुदरती रेशिया की स्ट्रक्चर। तो असी कुदरती रेशिया को क्यों पसंद करते हैं? क्योंकि ये हल्के होंगे है, इन्हों दबाया जा सकता है, इन्हों एयर भरी होंगी है, ईजी टू कैरी करने की है, ईजी है। इस करके असी इन्हों प्लास्टिक रबड़ ਜਾਂ कंप्रैसिबल है, इस करके इन्हों असी ज़्यादा वरतों च लियाने तो जल्दी सुकते हैं, भार नहीं होंदा, इहदियां च प्रॉपर्टीज़ चंगियां होंदियां, तां करके असी इन्हों कुदरती रेशिया नूं पसंद करते हैं। कई तरह के फाइबर्स होंदे आ, रेशे दो तरह के होंदे हैं, जिवें कुदरती और बनावटी रेशे। कुदरती रेशे सैलूलोज, रबड़, रेयॉन, ਇਹ ਕੀ ਹੈ? ਕੁਦਰਤੀ ਰੇਸ਼ਿਆਂ ਦੀ ਐਗਜ਼ਾਮਪਲਸ ਹੈਗੀ ਹੈ। ਸਿੰਥੈਟਿਕ ਰੇਸ਼ੇ 'ਚ ਐਕਰੀਲਿਕ, ਪੋਲੀਐਸਟਰ ਐਂਡ ਅਦਰਸ ਆ ਜਾਣਗੇ, ਜਿਵੇਂ ਟੈਫਲੋਨ ਵਗੈਰਾ। ਇਸੇ ਤਰ੍ਹਾਂ ਹੋਰ ਮੈਨਮੇਡ ਜਿਹੜੇ ਪੋਲੀਮਰਸ ਹੈਗੇ ਆ, ਬੋਲਕ ਹੈਗੇ ਆ, ਜਿਵੇਂ ਮੈਟੈਲਿਕ ਫਾਈਬਰ, ਓਪਟੀਕਲ ਫਾਈਬਰ, ਗਲਾਸ, ਕਾਰਬਨ ਦੇ, ਇਹ ਸਾਰੇ ਕੀ ਹੈ? ਕੁਦਰਤੀ ਰੇਸ਼ੇ ਹੈ। ਤੁਸੀਂ ਦੇਖਦੇ ਹੋ ਕਿ ਇੰਟਰਨੈੱਟ ਠੀਕ ਹੈ ਚੱਲ ਰਿਹਾ ਓਪਟੀਕਲ ਫਾਈਬਰਸ ਰਾਹੀਂ ਚੱਲ ਰਿਹਾ, ਤਾਂ ਉਹਨਾਂ ਦੇ ਸਾਈਡਾਂ 'ਤੇ ਪਲਿਸਟਰ ਦੀ ਜਾਂ ਉਹਦੀ ਟੈਫਲੋਨ ਵਗੈਰਾ ਦੀ ਲੇਅਰ ਲਗਾਈ ਹੁੰਦੀ ਹੈ। ਤਾਂ ਇਹਨਾਂ ਦੀ ਸਿੰਥੈਟਿਕ ਜਿਵੇਂ ਜਿਵੇਂ ਮਨੁੱਖ ਦੀ ਡਿਮਾਂਡ ਵੱਧਦੀ ਜਾਂਦੀ ਆ, ਉਵੇਂ ਸਿੰਥੈਟਿਕ ਚੀਜ਼ਾਂ ਦੀ ਜਾਂ ਸੰਸ਼ਲਿਸ਼ਟ ਰੇਸ਼ਿਆਂ ਦੀ ਡਿਮਾਂਡ ਵੀ ਵੱਧ ਰਹੀ ਹੈ, ਕਿਉਂਕਿ ਇਹਨਾਂ ਦੀਆਂ ਪ੍ਰੋਪਰਟੀਜ਼ ਨੈਚੁਰਲ ਰੇਸ਼ਿਆਂ ਤੋਂ ਜ਼ਿਆਦਾ ਚੰਗੀਆਂ ਹੋਣ ਕਰਕੇ ਇਹਨਾਂ ਦੀ ਦਿਨੋਂ ਦਿਨ ਡਿਮਾਂਡ ਵਧਣ ਕਰਕੇ ਪ੍ਰੋਡਕਸ਼ਨ ਵੀ ਜ਼ਿਆਦਾ ਹੋ ਰਹੀ ਹੈ। ਤਾਂ ਉਹ ਪਿਆਰੇ ਵਿਦਿਆਰਥੀਓ, ਅਸੀਂ ਅੱਜ 8ਵੀਂ ਕਲਾਸ ਦਾ ਚੈਪਟਰ ਨੰਬਰ 3 ਕੁਦਰਤੀ ਅਤੇ ਸੰਸ਼ਲਿਸ਼ਟ ਰੇਸ਼ੇ ਅਤੇ ਪਲਾਸਟਿਕ, ਸੰਸ਼ਲਿਸ਼ਟ ਫਾਈਬਰ ਅਤੇ ਪਲਾਸਟਿਕਸ ਦੇ ਬਾਰੇ ਪੜ੍ਹਨ ਲੱਗੇ ਆ। ਸਭ ਤੋਂ ਪਹਿਲਾਂ ਹੈਗੇ ਕੁਦਰਤੀ ਰੇਸ਼ੇ, ਜਿਹੜੇ ਸਾਨੂੰ ਨੈਚੁਰਲ ਤੌਰ 'ਤੇ ਪ੍ਰਾਪਤ ਹੁੰਦੇ ਆ। ਫੋਰ ਐਗਜ਼ਾਮਪਲ ਕਾਟਨ, ਰੂੰ, ਇਸ ਦੇ ਨਰਮੇ ਦੇ ਬੂਟੇ ਉਗਾਏ ਜਾਂਦੇ ਹਨ ਝਾੜੀ ਦੇ ਰੂਪ 'ਚ, ਤਾਂ ਉਹਨਾਂ ਉੱਤੇ ਟਿੰਡੇ ਲੱਗਦੇ ਹਨ। ਉਹ ਜਦੋਂ ਟਿੰਡੇ ਪੱਕ ਜਾਂਦੇ ਆ, ਉਹਨਾਂ ਦੇ ਵਿੱਚੋਂ ਕਾਟਨ ਨਿਕਲਦੀ ਹੈ। ਕਾਟਨ ਦੀ ਅਸੀਂ ਕਤਾਈ, ਬੁਣਾਈ ਵਗੈਰਾ ਕਰਕੇ ਕੱਪੜਾ ਤਿਆਰ ਕੀਤਾ ਜਾਂਦਾ। ਇਸੇ ਤਰ੍ਹਾਂ ਜੂਟ ਹੈ, ਜੂਟ ਸਨ ਦੇ ਪੌਦੇ ਤੋਂ ਦੇ ਰੇਸ਼ੇ ਤੋਂ ਪ੍ਰਾਪਤ ਹੁੰਦੀ ਹੈ। ਫਲੈਕਸ, ਕੁਆਇਰ, ਠੀਕ ਹੈ, ਸਾਨੂੰ ਨਾਰੀਅਲ ਦੇ ਬੂਰੇ ਤੋਂ, ਹੈਂਪ, ਇਹ ਸਾਰੀਆਂ ਕੀ ਹੈ? ਕਿਸਮਾਂ ਹਨ ਕੁਦਰਤੀ ਰੇਸ਼ਿਆਂ ਦੀਆਂ। ਇਹ ਸਾਨੂੰ ਪਲਾਂਟਸ ਤੋਂ, ਪੌਦਿਆਂ ਤੋਂ ਪ੍ਰਾਪਤ, ਪੌਦਿਆਂ ਦੇ ਤਣੇ ਤੋਂ ਪ੍ਰਾਪਤ ਹੋ ਰਹੇ ਹੈਗੇ ਆ, ਔਰ ਕਾਟਨ ਪੌਦੇ ਦੇ ਫੁੱਲਾਂ ਤੋਂ ਪ੍ਰਾਪਤ ਹੁੰਦੀ ਹੈ। ਆ ਕਿਸਮਾਂ ਦਿਖਾਈਆਂ। ਹੋਰ ਕੁਦਰਤੀ ਰੇਸ਼ੇ ਕਿਹੜੇ ਹੋ ਸਕਦੇ ਆ? ਜਿਵੇਂ ਸਿਲਕ, ਕਸ਼ਮੀਰੀ ਬੂਲ, ਭੇਡ ਤੋਂ ਪ੍ਰਾਪਤ ਹੁੰਦੀ ਹੈ। ਕਾਟਨ ਹੋ ਗਈ, ਲੀਨਨ, ਕੈਮਲ ਦੀ ਉੱਨ, ਠੀਕ ਹੈ, ਇਹ ਸਾਰੇ ਕੀ ਹੈ? ਕੁਦਰਤੀ ਰੇਸ਼ੇ ਹਨ, ਜਿਨ੍ਹਾਂ ਤੋਂ ਅਸੀਂ ਕੱਪੜੇ ਵਗੈਰਾ ਬਣਾਉਂਦੇ ਹੈਗੇ ਆ। ਸਭ ਤੋਂ ਪਹਿਲਾਂ ਅਸੀਂ ਰੂੰ ਦੇ ਬਾਰੇ ਪੜ੍ਹਦੇ ਹਾਂ। ਰੂੰ ਕੀ ਹੈ? ਇੱਕ ਕੁਦਰਤੀ ਰੇਸ਼ਾ ਹੈ। ਜਦੋਂ ਕਾਟਨ ਦਾ ਬੂਟਾ ਵੱਡਾ ਹੋ ਜਾਂਦਾ, ਉਹਦੇ ਉੱਤੇ ਕਾਟਨ ਦੀਆਂ ਬੋਲਸ ਲੱਗਦੀਆਂ ਨਿੰਬੂ ਦੇ ਆਕਾਰ ਦੀਆਂ। ਇਹ ਟਿੰਡੇ ਜਦੋਂ ਪੱਕ ਜਾਂਦੇ ਆ, ਇਹਨਾਂ ਦੇ ਵਿੱਚ ਕੀ ਹੁੰਦੇ ਆ? ਕਾਟਨਸ ਹੁੰਦੀ ਹੈ। ਕਾਟਨ ਦੇ ਵਿੱਚ ਸੀਡਸ ਹੁੰਦੇ ਆ, ਜਿਨ੍ਹਾਂ ਨੂੰ ਪੰਜਾਬੀ 'ਚ ਬੜੇਵੇਂ ਕਹਿੰਦੇ ਆ। ਉਹਨਾਂ ਤੋਂ ਤੇਲ ਵੀ ਬਣਾਇਆ ਜਾਂਦਾ ਅਤੇ ਉਹ ਉਹਨਾਂ ਦੀ ਹਸਕ ਜਿਹੜੀ ਹੈ ਐਜ਼ ਏ ਖਲ ਜਾਨਵਰਾਂ ਕੈਟਲ ਫੀਡ ਦੇ ਤੌਰ 'ਤੇ ਯੂਜ਼ ਕੀਤੀ ਜਾਂਦੀ ਆ।
ਔਰ ਇਹ ਵਾਈਟ ਕਲਰ ਦੇ ਜੋ ਰੇਸ਼ੇ ਤੁਹਾਨੂੰ ਦਿਖ ਰਹੇ ਆ, ਇਹਨਾਂ ਦੀ ਕਤਾਈ ਬੁਣਾਈ ਰੰਗਾਈ ਕਰਕੇ ਅਭੀ ਮਾਰਜਿਨ ਕਰਕੇ ਅਸੀਂ ਇਹਨਾਂ ਨੂੰ ਸਾਫ਼ ਕਰਕੇ ਇਹਨਾਂ ਤੋਂ ਰੇਸ਼ਾ ਬੁਣਦੇ ਆ। ਚਰਖੇ ਰਾਹੀਂ ਜਾਂ ਅੱਜ ਕੱਲ੍ਹ ਮਸ਼ੀਨਾਂ ਰਾਹੀਂ ਬੁਣਾਈ ਰੇਸ਼ਾ ਕੱਤਿਆ ਜਾਂਦਾ ਹੈਗਾ। ਕਾਟਨ ਤੋਂ ਰੇਸ਼ੇ ਨੂੰ ਬਣਾਉਣਾ ਉਹਨੂੰ ਕਤਾਈ ਕਹਿੰਦੇ ਆ। ਫਿਰ ਉਸ ਤੋਂ ਬੁਣਾਈ ਰੰਗਾਈ ਸਾਰੇ ਪ੍ਰੋਸੈਸ ਤੁਸੀਂ ਆਲਰੇਡੀ ਛੋਟੀਆਂ ਕਲਾਸਾਂ 'ਚ ਕੀਤਾ ਹੈਗਾ, 6ਵੀਂ 7ਵੀਂ 'ਚ। ਇਹ ਪਲਾਂਟ ਦਿਖਾਇਆ ਹੈਗਾ ਕਾਟਨ ਦਾ ਟਿੰਡੇ, ਠੀਕ ਹੈ, ਜਿਨ੍ਹਾਂ ਦੇ ਵਿੱਚ ਆ ਵਾਈਟ ਕਲਰ ਦੀ ਕਿਆ ਹੈ ਕਾਟਨ। ਇਸ ਤੋਂ ਇਹਦੀ ਕਤਾਈ ਕਰਕੇ ਰੇਸ਼ੇ ਬਣਾਏ ਜਾਂਦੇ ਆ। ਹਾਊ ਦੀ ਕਾਟਨ ਰੀਚ ਟੂ ਯੂਅਰ ਹਾਊਸ, ਇਹ ਪੌਦੇ ਤੋਂ ਕਾਟਨ ਤੋਂ ਕੱਪੜੇ ਬਣਦੇ ਆ, ਠੀਕ ਹੈ। ਕੱਪੜੇ ਤੁਹਾਡੇ ਘਰਾਂ ਤੱਕ ਪਹੁੰਚਦੇ ਆ, ਅਸੀਂ ਪਹਿਨਦੇ ਹਾਂ ਕਾਟਨ ਦੇ ਕੱਪੜਿਆਂ ਨੂੰ। ਤਾਂ ਇੱਦਾਂ ਕਾਟਨ ਸਾਨੂੰ ਪ੍ਰੋਟੈਕਸ਼ਨ ਕਰਦੀ ਹੈਗੀ ਹੈ। ਦੇਖੋ ਇਸ ਪ੍ਰੋਸੈਸ 'ਚ ਦਿਖਾਇਆ ਕਿ ਕਾਟਨ ਤੋਂ ਸਾਨੂੰ ਸ਼ੈਲਟਰ ਕੱਪੜੇ ਵਗੈਰਾ ਪ੍ਰਾਪਤ ਹੁੰਦੇ ਹਨ। ਇਸ ਤੋਂ ਨੈਕਸਟ ਹੈਗਾ ਅਗਲਾ ਫਾਈਬਰ ਰੇਸ਼ਮ, ਸਿਲਕ। ਸਿਲਕ ਕਿੱਥੋਂ ਪ੍ਰਾਪਤ ਹੁੰਦੀ ਹੈ? ਸਿਲਕ ਰੇਸ਼ਮ ਦੇ ਕੀੜਿਆਂ ਤੋਂ ਪ੍ਰਾਪਤ ਹੁੰਦੀ ਹੈ। ਰੇਸ਼ਮ ਦੇ ਕੀੜੇ ਸ਼ਹਿਤੂਤ ਦੇ ਪੱਤੇ ਖਾਂਦੇ ਹਨ ਅਤੇ ਉਹਨਾਂ ਤੋਂ ਸਾਨੂੰ ਕੀ ਹੈ ਅੰਡੇ ਦਿੰਦੇ ਆ। ਕਕੂਨ ਦੇ ਸਾਈਡ 'ਤੇ ਜਿਹੜਾ ਫਾਈਬਰ ਲਪੇਟਿਆ ਹੁੰਦਾ ਆਲੇ ਦੁਆਲੇ, ਉਹ ਕੀ ਹੁੰਦਾ ਸਿਲਕ ਹੁੰਦਾ, ਰੇਸ਼ਮ। ਔਰ ਇਹ ਰੇਸ਼ਮ ਦਾ ਕੀੜਾ ਦਿਖਾਇਆ, ਨੀਚੇ ਕਪਾਹ ਦੇ ਟਿੰਡੇ ਦਿਖਾਏ ਹੋਏ ਆ। ਰੇਸ਼ਮ ਦੇ ਕੀੜੇ ਦਾ ਜੀਵਨ ਚੱਕਰ, ਰੇਸ਼ਮ ਐਗ ਤੋਂ ਬਹੁਤ ਸਾਰੇ ਕੀ ਹੈ ਉਹ ਨਿਕਲਦੇ ਹੈਗੇ ਆ। ਲਾਰਵਾ ਜਾਂ ਕੈਟਰਪਿਲਰ, ਇਹ ਮਲਬਰੀ ਸ਼ਹਿਤੂਤ ਦੇ ਪੱਤਿਆਂ ਨੂੰ ਖਾਂਦੇ ਆ ਅਤੇ ਇਹਨਾਂ 'ਤੇ ਕਕੂਨ ਬਣ ਜਾਂਦੇ ਆ। ਫਿਰ ਕਕੂਨ ਤੋਂ ਪਿਊਪਾ ਨਿਕਲ ਜਾਂਦਾ ਅਤੇ ਉਹ ਅਡਲਟ ਵਿੱਚ ਤਬਦੀਲ ਹੋ ਜਾਂਦਾ। ਇੱਦਾਂ ਸਿਲਕ ਦੇ ਕੀੜੇ ਦਾ, ਰੇਸ਼ਮ ਦੇ ਕੀੜੇ ਦਾ ਚੱਕਰ ਚੱਲਦਾ, ਅੰਡਾ, ਲਾਰਵਾ, ਕਕੂਨ, ਪਿਊਪਾ ਅਤੇ ਅਡਲਟ ਸਟੇਜ। ਇਹ ਰੇਸ਼ਮ ਦਾ ਕੀੜਾ ਦਿਖਾਇਆ ਹੈਗਾ ਅਤੇ ਰੇਸ਼ਮ ਦਾ ਕੀੜਾ ਕਾਹਦੇ ਪੱਤੇ ਖਾ ਰਿਹਾ? ਸ਼ਹਿਤੂਤ ਦੇ। ਔਰ ਇਹਦਾ ਜਿਹੜੇ ਹੈਗੇ ਕਕੂਨ, ਉਹਨਾਂ ਤੋਂ ਸਾਨੂੰ ਕੀ ਪ੍ਰਾਪਤ ਹੁੰਦਾ? ਰੇਸ਼ਮ ਪ੍ਰਾਪਤ ਹੁੰਦਾ। ਤੁਸੀਂ ਦੇਖ ਸਕਦੇ ਹੋ ਇਹ ਰੇਸ਼ਮ ਦੇ ਕੀੜੇ ਹੈਗੇ ਆ, ਠੀਕ ਹੈ, ਜਿਹੜੇ ਕਿ ਸ਼ਹਿਤੂਤ ਦੇ ਪੱਤਿਆਂ ਨੂੰ ਖਾਂਦੇ ਆ ਅਤੇ ਇਹਨਾਂ ਤੋਂ ਰੇਸ਼ਮ ਪ੍ਰਾਪਤ ਹੁੰਦਾ, ਜੋ ਕਿ ਇੱਕ ਕੁਦਰਤੀ ਰੇਸ਼ਾ ਹੈ। ਰੇਸ਼ਮ ਕੀ ਹੈ? ਇੱਕ ਕੁਦਰਤੀ ਰੇਸ਼ਾ ਹੈ। ਤਾਂ ਉਸ ਤੋਂ ਅੱਗੇ ਹੈਗਾ ਜੂਟ ਸਾਨੂੰ ਕਿਸ ਤੋਂ ਪ੍ਰਾਪਤ ਹੁੰਦੀ ਹੈ? ਸਣ ਨਾਮ ਦੇ ਪੌਦੇ ਦੇ ਤਣੇ ਤੋਂ। ਇਸ ਨੂੰ ਪਾਣੀ ਦੇ ਵਿੱਚ ਸੁਕਾਇਆ ਜਾਂਦਾ ਪਹਿਲਾਂ ਰੱਖ ਕੇ, ਠੀਕ ਆ। ਦਿਖਾ ਰਹੇ ਆ ਕਿ ਪ੍ਰੋਸੈਸ ਕਿਵੇਂ ਹੁੰਦਾ ਹੈ। ਇਸ ਪੌਦੇ ਤੋਂ, ਸਣ ਨਾਮ ਦੇ ਪੌਦੇ ਤੋਂ ਸਾਨੂੰ ਜੂਟ ਪ੍ਰਾਪਤ ਹੁੰਦੀ ਹੈ। ਇਸ ਦੇ ਤਣੇ ਨੂੰ ਪਾਣੀ ਦੇ ਵਿੱਚ ਸੁਕਾ ਕੇ ਰੇਸ਼ੇ ਪ੍ਰਾਪਤ ਕੀਤੇ ਜਾਂਦੇ ਹਨ। ਕਿਉਂਕਿ ਤਣਾ ਕੀ ਹੈ? ਰੇਸ਼ਿਆਂ ਦਾ ਬਣਿਆ ਹੁੰਦਾ, ਜ਼ਾਈਲਮ ਫਾਈਬਰਸ ਦਾ। ਤਾਂ ਉਹਨਾਂ ਨੂੰ ਸੁਕਾ ਕੇ ਜੂਟ ਪ੍ਰਾਪਤ ਕੀਤੀ ਜਾਂਦੀ ਹੈ। ਜੂਟ ਤੋਂ ਅਸੀਂ ਕੀ ਬਣਾਉਂਦੇ ਹਾਂ? ਰੱਸੇ ਵਗੈਰਾ ਬਣਾਉਂਦੇ ਹਾਂ ਅਤੇ ਇਹ ਵੇਰੀਅਸ ਪਰਪਜ਼ ਲਈ ਯੂਜ਼ ਕੀਤੀ ਜਾਂਦੀ ਹੈਗੀ ਹੈ ਦਰੀ ਬਣਾਉਣ ਲਈ। ਉਸ ਤੋਂ ਬਾਅਦ ਹੈਗਾ ਆਰਟੀਫਿਸ਼ਲ ਸਿਲਕ। ਆਰਟੀਫਿਸ਼ਲ ਸਿਲਕ 'ਚ ਰਿਓਨ ਕੀ ਹੈ? ਇੱਕ ਸੈਮੀ ਸਿੰਥੈਟਿਕ ਫਾਈਬਰ ਹੈ, ਮੀਨਸ ਕੁਦਰਤੀ ਵੀ ਹੈ। ਵੁੱਡ ਦੀ ਕੈਮੀਕਲ ਟਰੀਟਮੈਂਟ ਕਰਕੇ ਸਾਨੂੰ ਲੱਕੜੀ ਨੂੰ ਕੈਮੀਕਲੀ ਟਰੀਟ ਕਰਕੇ ਸਿਲਕ ਵਰਗਾ ਫਾਈਬਰਸ ਰੇਸ਼ੇ ਪ੍ਰਾਪਤ ਕੀਤੇ ਜਾਂਦੇ ਹਨ। ਤਾਂ ਇਸ ਨੂੰ ਕੀ ਕਹਿੰਦੇ ਹਾਂ ਅਸੀਂ? ਸੈਮੀ ਸਿੰਥੈਟਿਕ। ਰਿਓਨ ਕੀ ਹੈ? ਇੱਕ ਵੁੱਡ ਪਲਪ ਤੋਂ ਪ੍ਰਾਪਤ ਹੁੰਦੀ ਹੈ, ਲੱਕੜੀ ਦੇ ਗੁੱਦੇ ਤੋਂ, ਉਹਦੇ ਵਿੱਚ ਕੈਮੀਕਲ ਮਿਲਾ ਕੇ। ਤਾਂ ਇਹ ਸੈਮੀ ਸਿੰਥੈਟਿਕ ਦਾ ਮੀਨਸ ਕੁਦਰਤੀ ਵੀ ਆ ਔਰ ਆਰਟੀਫਿਸ਼ਲੀ ਵੀ ਬਣਾਈ ਜਾਂਦੀ ਹੈ। ਤਾਂ ਔਨ ਟਰੀਟਮੈਂਟ ਆਫ ਕੈਮੀਕਲ ਤਾਂ ਇੱਦਾਂ ਰਿਓਨ ਤਿਆਰ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਹੈਗਾ ਪੋਲੀਸਟਰ ਐਂਡ ਅਕਰੀਲਿਕਸ। ਅਸੀਂ ਸਵੈਟਰ, ਸ਼ਾਲ ਵਗੈਰਾ, ਬਲੈਂਕਟਸ ਸਰਦੀਆਂ 'ਚ ਪਾਉਂਦੇ ਹੈਗੇ ਆ। ਐਕਚੁਅਲੀ ਇਹ ਨੈਚੁਰਲ ਉੱਨ ਤੋਂ ਨਹੀਂ ਬਣੇ ਹੁੰਦੇ, ਇਹ ਉੱਨ ਵਰਗੇ ਹੀ ਹੁੰਦੇ ਹਨ, ਪਰ ਇਹਨਾਂ ਨੂੰ ਅਸੀਂ ਬਣਾਉਂਦੇ ਹਾਂ, ਠੀਕ ਹੈ। ਤਾਂ ਕਰਕੇ ਇਹ ਕੀ ਹੁੰਦੇ ਆ? ਸਿੰਥੈਟਿਕ ਰੇਸ਼ੇ ਹੋਣਗੇ। ਜਿਹੜੀ ਵੂਲ ਹੈ, ਉੱਨ ਹੈ, ਉਹ ਬਹੁਤ ਐਕਸਪੈਂਸਿਵ ਹੁੰਦੀ ਹੈ, ਪਰ ਅਕਰੀਲਿਕ ਦੇ ਰੇਸ਼ੇ ਜਿਹੜੇ ਹੈਗੇ ਆ ਉਹ ਸਸਤੇ ਹੋਣ ਕਰਕੇ ਔਰ ਈਜ਼ਲੀ ਅਵੇਲੇਬਲ ਹੁੰਦੇ ਆ, ਇਸ ਕਰਕੇ ਇਹਨਾਂ ਨੂੰ ਅਸੀਂ ਯੂਜ਼ ਕਰਦੇ ਹਾਂ। ਨਾਈਲੋਨ ਵੀ ਇੱਕ ਸਿੰਥੈਟਿਕ ਜਾਂ ਮਨੁੱਖ ਦੁਆਰਾ ਬਣਾਇਆ ਗਿਆ ਆਰਟੀਫਿਸ਼ਲ ਫਾਈਬਰ ਹੈਗੇ ਆ, ਸਿੰਥੈਟਿਕ ਰੇਸ਼ੇ ਹੈਗੇ ਆ। ਨਾਈਲਨ ਦੀ ਵਰਤੋਂ ਕਿਉਂ ਕੀਤੀ ਜਾਂਦੀ ਹੈ? ਕਿਉਂਕਿ ਇਹ ਇਲਾਸਟਿਕ ਹੁੰਦਾ। ਇਲਾਸਟਿਕ ਦਾ ਮੀਨਸ ਖਿੱਚਣਯੋਗ, ਟੈਂਸਾਈਲ, ਮਜ਼ਬੂਤ, ਐਂਡ ਹੈਜ਼ ਸਿਲਕ ਲਾਈਕ ਅਪੀਅਰੈਂਸ, ਅਤੇ ਦਿਖਣ 'ਚ ਸਿਲਕ ਵਰਗਾ ਲੱਗਦਾ। ਇਸ ਦੀ ਵਰਤੋਂ ਅਸੀਂ ਕਾਰਪੈਟ, ਜੁਰਾਬਾਂ ਬਣਾਉਣ ਲਈ ਕਰਦੇ ਹਾਂ। ਨਾਈਲੋਨ ਦੇ ਜਿਹੜੇ ਰੱਸੇ ਆ ਜਾਂ ਪੈਰਾਸ਼ੂਟ ਬਣਾਉਣ ਲਈ ਵੀ ਨਾਈਲੋਨ ਦੇ
ਫਾਈਬਰਸ ਨੂੰ ਯੂਜ਼ ਕੀਤਾ ਜਾਂਦਾ ਕਿਉਂਕਿ ਇਹਨਾਂ ਦੀ ਟੈਂਸਾਈਲ ਸਟਰੈਂਥ ਮਜ਼ਬੂਤ ਜ਼ਿਆਦਾ ਹੁੰਦੇ ਆ। ਦੇ ਆਰ ਹਾਈਲੀ ਡਿਊਰੇਬਲ, ਤਾਂ ਕਰਕੇ ਇਹਨਾਂ ਦੀਆਂ ਸੀਟ ਬੈਲਟਸ, ਕੋਰਡਸ ਔਰ ਕਲੋਥਸ ਬਣਾਉਣ ਲਈ ਯੂਜ਼ ਕੀਤਾ ਜਾਂਦਾ। ਦਿਸ ਇਜ਼ ਆਲਸੋ ਏ synthetic fiber. Now plastic, in our daily life we use so many plastics like utensil, polythene, buckets, ठीक है, ये toys, these are all made from the plastics. And nylon ਦੇ fibers ਜਿਹੜੇ ਹੈਗੇ ਦਿਖਾਇਆ ਪੈਰਾਸ਼ੂਟ ਤੇ ਰੱਸੇ ਬਣਾਉਣ ਲਈ ਯੂਜ਼ ਕੀਤੇ ਜਾਂਦੇ ਆ। these were the uses of nylon for the backpack, umbrella, raincoat, ठीक। then two types of the plastic, thermoplastic और thermosetting। ਜਿਹੜੇ ਥਰਮੋਪਲਾਸਟਿਕ ਹੁੰਦੇ ਆ ਕੈਨ ਬੀ ਮੈਲਟਡ ਰਿਪੀਟਲੀ। ਥਰਮੋਪਲਾਸਟਿਕ ਦਾ ਮੀਨਸ ਉਹਨਾਂ ਨੂੰ ਅਸੀਂ ਬਾਰ-ਬਾਰ ਉਹ ਕਰਕੇ ਮੈਲਟ ਕਰਕੇ ਦੁਬਾਰਾ ਬਣਾ ਸਕਦੇ ਹਾਂ। ਥਰਮੋਸੈਟਸ ਜਿਹੜੇ ਇੱਕ ਵਾਰੀ ਮਤਲਬ ਸ਼ੇਪ ਦਿੱਤੀ ਉਹਨਾਂ ਨੂੰ ਦੁਬਾਰਾ ਮੈਲਟ ਨਹੀਂ ਕਰ ਸਕਦੇ। ਇੱਕ ਪਰਟੀਕੂਲਰ ਟੈਂਪਰੇਚਰ 'ਤੇ ਉਹਨਾਂ ਦੀ ਕੀ ਕੀਤੀ ਗਈ ਹੈ, ਸੈਟਿੰਗ ਕੀਤੀ ਗਈ ਹੈ। ਥਰਮੋਪਲਾਸਟਿਕ ਦੇ ਕੈਨ ਬੀ ਮੈਲਟਡ, ਉਹਨਾਂ ਨੂੰ ਮੈਲਟ ਕਰ ਸਕਦੇ ਹਾਂ। ਔਰ ਥਰਮੋ ਸੈਟਿੰਗਸ ਵਾਲਿਆਂ ਨੂੰ ਵੰਸ ਸ਼ੇਪਡ ਕੈਨ ਨੋਟ ਬੀ ਮੈਲਟਡ, ਉਹਨਾਂ ਨੂੰ ਮੈਲਟ ਨਹੀਂ ਕਰ ਸਕਦੇ। ਥਰਮੋਪਲਾਸਟਿਕ ਇਹਨਾਂ ਨੂੰ ਅਸੀਂ ਗਰਮ ਕਰਕੇ ਦੁਬਾਰਾ ਹੋਰ ਬਣਾ ਸਕਦੇ ਹਾਂ, ਠੀਕ ਹੈ। ਇਹਨਾਂ ਨੂੰ ਰੀਮੋਲਡ 100 ਟਾਈਮਸ ਐਂਡ ਕੈਨ ਆਲਸੋ ਬੀ ਰੀਸਾਈਕਲ। ਜਿਹੜੇ ਥਰਮੋਪਲਾਸਟਿਕ ਹੁੰਦੇ ਆ ਪੋਲੀਮਰਸ, ਯੂ ਕੈਨ ਸੇ ਪਲਾਸਟਿਕ, ਇਹਨਾਂ ਨੂੰ ਗਰਮ ਕਰਕੇ ਅਸੀਂ ਬੇਸ਼ੱਕ 100 ਵਾਰੀ ਇਹਨਾਂ ਨੂੰ ਗਰਮ ਕਰ ਲਈਏ ਦੁਬਾਰਾ ਉਹਨਾਂ ਤੋਂ ਕੋਈ ਹੋਰ ਚੀਜ਼ ਬਣਾ ਸਕਦੇ ਹਾਂ। ਮੀਨਸ ਇਹਨਾਂ ਨੂੰ ਰੀਸਾਈਕਲਿੰਗ ਹੋ ਸਕਦੀ ਹੈਗੀ ਹੈ, ਠੀਕ ਹੈ। ਇਹ ਦਿਖਾਇਆ ਹੈਗਾ ਤੁਹਾਡਾ ਥਰਮੋ ਸੈਟਿੰਗ ਵਾਲਾ, ਇਹਨੂੰ ਅਸੀਂ ਗਰਮ ਕਰ ਰਹੇ ਹਾਂ ਤਾਂ ਇਹਨੂੰ ਪਿਘਲਾਇਆ ਨਹੀਂ ਜਾ ਸਕਦਾ, ਠੀਕ ਹੈ। ਤਾਂ ਇਹ ਇੱਕ ਜਿਹੜਾ ਬੱਲਬ ਹੋਲਡਰ ਹੈ ਇੱਕ ਥਰਮੋ ਸੈਟਿੰਗ ਦੀ ਐਗਜ਼ਾਮਪਲ ਹੈਗੀ ਹੈ। ਥਰਮੋਪਲਾਸਟਿਕ ਅਤੇ ਥਰਮੋ ਸੈਟਿੰਗ ਦੇ ਵਿੱਚ ਡਿਫਰੈਂਸ। ਉਸ ਤੋਂ ਬਾਅਦ ਰੇਸ਼ਿਆਂ ਦੀ ਤੁਸੀਂ ਕਿਵੇਂ ਪਰਖ ਕਰੋਗੇ, ਠੀਕ ਹੈ। ਤੁਹਾਨੂੰ ਕਈ ਤਰ੍ਹਾਂ ਦੇ ਕਿਵੇਂ ਆਇਡੈਂਟੀਫਾਈ ਕਰੋਗੇ ਕਿਹੜਾ ਸਿਲਕ ਦਾ ਰੇਸ਼ਾ ਹੈ, ਕਿਹੜਾ ਕਾਟਨ ਦਾ ਰੇਸ਼ਾ ਹੈਗਾ। ਜਿਵੇਂ ਅਸੀਂ ਬਰਨ ਕਰ ਰਹੇ ਹੈਗੇ ਹਾਂ, ਸਿਲਕ ਦਾ ਰੇਸ਼ਾ ਜੋ ਹੈ ਉਹ ਹੇਅਰਸ, ਉਹਦੇ ਜਲਣ 'ਤੇ ਹੇਅਰਸ ਵਰਗੀ ਉਹ ਆਏਗੀ, ਠੀਕ ਹੈ, ਬਾਲਾਂ ਦੇ ਜਲਣ ਵਰਗੀ ਸਮੈਲ ਆਏਗੀ। ਔਰ ਪਲਾਸਟਿਕ ਦੇ ਜਲਣ ਨਾਲ, ਸਿਲਕ ਦੇ ਜਲਣ ਨਾਲ, ਪੋਲੀਸਟਰ ਦੇ ਜਲਣ ਨਾਲ ਪਲਾਸਟਿਕ ਵਰਗੀ, ਔਰ ਕਾਟਨ ਦੇ ਜਲਣ ਨਾਲ ਕਾਹਦੇ ਵਰਗੀ, ਹਾਊ ਯੂ ਆਇਡੈਂਟੀਫਾਈ, ਪੇਪਰ ਵਰਗੀ, ਠੀਕ ਹੈ। ਕਾਟਨ ਨੂੰ ਜਲਾਉਂਦੇ ਹਾਂ ਤਾਂ ਪੇਪਰ ਵਰਗੀ ਸਮੈਲ ਆਉਂਦੀ ਹੈਗੀ ਆ, ਸਿਲਕ ਨੂੰ ਜਲਾਉਂਦੇ ਹਾਂ ਤਾਂ ਬਾਲਾਂ ਦੇ ਜਲਣ ਵਰਗੀ ਸਮੈਲ ਆਉਂਦੀ ਹੈ, ਔਰ ਪੋਲੀਸਟਰ ਵਗੈਰਾ ਨੂੰ ਤੁਸੀਂ ਜਲਾਉਂਦੇ ਹੈਗੇ ਹੋ ਤਾਂ ਪਲਾਸਟਿਕ ਦੇ ਜਲਣ ਦੀ ਸਮੈਲ ਆਉਂਦੀ ਹੈ। ਇੱਦਾਂ ਤੁਸੀਂ ਬਾਏ ਬਰਨਿੰਗ ਜਲਾ ਕੇ ਰੇਸ਼ਿਆਂ ਨੂੰ ਟੈਸਟ ਕਰ ਸਕਦੇ ਹੋ ਔਰ ਰੈਜ਼ੀਡਿਊ ਵੀ ਟੈਸਟ ਕਰ ਸਕਦੇ ਹੋ। ਜਿਵੇਂ ਕਾਟਨ ਦਾ ਰੇਸ਼ਾ ਉਹਦੇ ਵਿੱਚ ਕਾਰਬਨ ਦਾ ਰੈਜ਼ੀਡਿਊ ਬਚੇਗਾ, ਪਲਾਸਟਿਕ ਦੇ ਵਿੱਚ ਥੋੜ੍ਹੀ ਜਿਹੀ ਬੀਡ ਲਾਈਕ ਸਟਰਕਚਰ ਕਾਰਬਨ ਦੀ ਬਚ ਜੇਗੀ, ਠੀਕ ਹੈ। ਪੋਲੀਸਟਰ ਵਗੈਰਾ 'ਚ ਪਿੱਛੇ ਕੁਝ ਨਹੀਂ ਬਚੇਗਾ। ਤਾਂ ਇਸ ਤਰ੍ਹਾਂ ਤੁਸੀਂ ਆਇਡੈਂਟੀਫਾਈ ਕਰ ਸਕਦੇ ਹੋ ਬਾਏ ਬਰਨਿੰਗ ਮੈਥਡ ਕਿ ਕਿਹੜਾ ਰੇਸ਼ਾ ਕਿਸ ਤਰ੍ਹਾਂ ਦਾ ਹੈਗਾ ਹੈ। ਟੈਸਟਿੰਗ ਆਫ ਦੀ ਫਾਈਬਰਸ ਕਰ ਸਕਦੇ ਹੋ। ਅਤੇ ਫਿਰ ਦਿਖਾਇਆ ਕਾਟਨ ਦਾ ਰੇਸ਼ਾ ਅਸੀਂ ਬਰਨ ਕਰ ਰਹੇ ਹਾਂ, ਦੇਖੋ ਤੁਸੀਂ ਕਾਲਾ ਹੋ ਰਿਹਾ, ਕਾਰਬਨ ਬਚੇਗੀ ਪਿੱਛੇ, ਅਤੇ ਉਹਨੂੰ ਤੁਸੀਂ ਟੈਸਟ ਕਰ ਸਕਦੇ ਹੋ ਕੈਂਡਲ ਰਾਹੀਂ। ਔਰ ਅੱਗੇ ਸਾਡਾ ਕਾਟਨ ਦਾ ਰੇਸ਼ਾ ਬਰਨ ਕਰਕੇ ਕਾਰਬਨ ਦੇ ਸੂਟ ਪਾਰਟੀਕਲਸ ਬਚਦੇ ਹੈਗੇ, ਰੈਜ਼ੀਡਿਊ ਬਚੇਗਾ। ਦੈਨ ਇਹ ਹੈਗਾ ਪੋਲੀਸਟਰ ਦਾ ਰੇਸ਼ਾ, ਤੁਸੀਂ ਦੇਖ ਸਕਦੇ ਹੋ ਇਹਨੇ ਇੱਕ ਵਾਰੀ ਅੱਗ ਪਕੜ ਲਈ ਨਾਲ ਦੀ ਨਾਲ ਬਰਨ ਹੋ ਗਿਆ, ਪਰ ਇਹਦੇ ਵਿੱਚ ਕੋਈ ਰੈਜ਼ੀਡਿਊ ਨਹੀਂ ਬਚਦਾ ਹੈਗਾ ਪੋਲੀਸਟਰ ਦੇ ਵਿੱਚ, ਕਿਉਂਕਿ ਇਹ ਸਿੰਥੈਟਿਕ ਰੇਸ਼ਾ ਹੈਗਾ, ਠੀਕ ਹੈ, ਮੈਨ ਮੇਡ ਕੁਦਰਤੀ ਰੇਸ਼ਾ ਨਹੀਂ ਹੈਗਾ ਇਹ। ਉਸ ਤੋਂ ਬਾਅਦ ਕਿਵੇਂ ਫਾਈਬਰਸ ਬਣਾਏ ਜਾਂਦੇ ਹੈਗੇ ਆ ਸਿੰਥੈਟਿਕ ਫਾਈਬਰ, ਯੂ ਕੈਨ ਸੇ ਕਿ ਲਿਕੁਡ ਨੂੰ ਠੰਡੇ ਪਾਣੀ ਦੇ ਵਿੱਚ ਪਾਇਆ ਜਾਂਦਾ ਅਤੇ ਫਾਈਬਰ ਫੋਰਮੇਸ਼ਨ ਹੋ ਰਹੀ ਹੈਗੀ ਹੈ। ਔਰ ਪਲਾਸਟਿਕ ਦੀ ਵਰਤੋਂ ਨਾਲ ਤੁਹਾਨੂੰ ਪਤਾ ਹੈ ਕਿ ਇਨਵਾਇਰਮੈਂਟ ਪਲੂਟ ਹੁੰਦਾ ਹੈਗਾ। ਦਿਸ ਇਜ਼ ਦੀ ਨੋਨ ਬਾਇਓਡੀਗੇਡੇਬਲ, ਇਹ ਜੈਵ ਅਪਘਟਿਤ ਨਹੀਂ ਹੁੰਦਾ, ਠੀਕ ਹੈ। ਤਾਂ ਇਹਨੂੰ ਅਸੀਂ ਕਿਵੇਂ ਰੀਸਾਈਕਲ ਕਰ ਸਕਦੇ ਹੈਗੇ ਆ, ਰਿਡਿਊਸ, ਰੀਸਾਈਕਲ ਔਰ ਰੀਯੂਜ਼। ਤਾਂ ਪਲਾਸਟਿਕ ਇਨਵਾਇਰਮੈਂਟ ਪੋਲੂਸ਼ਨ ਕਰਦਾ ਹੈਗਾ, ਜ਼ਹਿਰੀਲੀਆਂ ਗੈਸਾਂ ਪ੍ਰੋਡਿਊਸ ਹੋਣਗੀਆਂ, ਇਹ ਜੈਵ ਅਪਘਟਨਸ਼ੀਲ ਨਹੀਂ ਹੈਗਾ, ਤਾਂ ਇਹਨਾਂ ਦੀ ਅਸੀਂ ਰੀਸਾਈਕਲਿੰਗ, ਰੀਯੂਜ਼ ਐਂਡ ਰਿਡਿਊਸ ਕਰ ਸਕਦੇ ਹਾਂ। ਦਿਸ ਇਜ਼ ਦੀ 3R ਸਿਧਾਂਤ। ਇਸ ਤੋਂ ਬਿਨਾਂ ਹੋਰ
ਕਈ ਤਰ੍ਹਾਂ ਦੇ ਸਿੰਥੈਟਿਕ ਰੇਸ਼ੇ ਕਿਹੜੇ ਹਨ, ਜਿਵੇਂ ਪੋਲੀਥੀਨ ਹੈ, ਪਲਾਸਟਿਕ ਦੇ ਬੈਗਸ ਕਲਿੰਗ ਫਿਲਮ ਬਣਾਉਣ ਲਈ ਯੂਜ਼ ਕੀਤਾ ਜਾਂਦਾ ਹੈ। ਨਾਈਲੋਨ ਦੇ ਰੇਸ਼ੇ ਕੱਪੜੇ ਬਣਾਉਣ ਲਈ, ਮੱਛੀਆਂ ਫੜਨ ਦੇ ਜਾਲੇ, ਪੈਰਾਸ਼ੂਟ ਵਗੈਰਾ ਬਣਾਉਣ ਲਈ ਵਰਤੇ ਜਾਂਦੇ ਹਨ। ਟੈਰੀਲੀਨ ਦੇ ਰੇਸ਼ੇ ਕੱਪੜੇ ਬਣਾਉਣ ਲਈ, ਠੀਕ ਹੈ। PVC ਇਨਸੂਲੇਟਰ, ਰੇਨਕੋਟਸ ਵਗੈਰਾ, ਇਨਸੂਲੇਟਰ ਕੇਬਲ ਵਾਇਰਸ, ਰੇਨਕੋਟ ਵਗੈਰਾ ਬਣਾਉਣ ਲਈ। ਪੋਲੀਸਟਾਈਰੀਨ ਦੇ ਰੇਸ਼ੇ ਜਿਹੜੇ ਹੈਗੇ ਆ ਡਿਸਪੋਜ਼ੇਬਲ ਬਾਕਸਿਸ, ਲਾਈਟ ਵੇਟ ਪੈਕਿੰਗ ਲਈ। ਟੈਫਲੋਨ ਦੀ ਕੋਟਿੰਗ ਕੀਤੀ ਜਾਂਦੀ ਹੈ ਯੂਟੈਂਸਲ, ਨੋਨ ਸਟਿਕ ਬਰਤਨਾਂ ਦੇ ਉੱਤੇ, ਤਾਂ ਕਿ ਭੋਜਨ ਸਾਡਾ ਚਿਪਕੇ ਨਾ। ਇਹ ਸਾਰੇ ਕੀ ਆ ਇਨਟੇਬਲ ਦੀ ਫੋਰਮ ਸਿੰਥੈਟਿਕ ਰੇਸ਼ਿਆਂ ਦੀਆਂ ਵਰਤੋਂ, ਠੀਕ ਹੈ। ਕਿਵੇਂ ਰੀਸਾਈਕਲਿੰਗ ਕੀਤੀ ਜਾ ਸਕਦੀ ਹੈ ਪੋਲੀਸਟਰ ਦੀ, ਲੀਨਨ ਜਾਂ ਯੂ ਕੈਨ ਸੇ ਕਿ ਪਲਾਸਟਿਕ ਦੀਆਂ ਬੋਟਲਸ ਨੂੰ ਅਸੀਂ ਕੀ ਕਰਦੇ ਹਾਂ, ਕ੍ਰਸ਼ ਕਰ ਲੈਂਦੇ ਹਾਂ। ਪਹਿਲਾਂ ਸਟਰਲਾਈਜ਼ ਕਰਦੇ ਹਾਂ, ਡਰਾਈ ਕਰਾਂਗੇ, ਫਿਰ ਉਹਨਾਂ ਦੇ ਸਮਾਲ ਪੀਸਿਸ, ਫਿਰ ਉਹਨਾਂ ਨੂੰ ਮੈਲਟ ਕੀਤਾ ਜਾਂਦਾ ਅਤੇ ਉਹਦੀ ਵੂਲ ਬਣਾਈ ਜਾਂਦੀ ਹੈਗੀ ਆ। ਉਹ ਤੋਂ ਫਿਰ ਕਿਸੇ ਫਾਈਬਰ ਦੇ ਨਾਲ, ਜਿਸ ਤਰ੍ਹਾਂ ਕੋਟਨ ਵਗੈਰਾ, ਉਹਦੇ ਨਾਲ ਬਲੈਂਡਿੰਗ ਕਰਕੇ ਅਸੀਂ ਇਹ ਤੋਂ ਨੈਪਕਿਨਸ, ਟੇਬਲ ਕਲੋਥਸ ਵਗੈਰਾ ਬਣਾ ਸਕਦੇ ਹੈਗੇ ਆ। ਇੱਦਾਂ ਰੀਸਾਈਕਲਿੰਗ ਕੀਤੀ ਜਾਂਦੀ ਹੈ। ਪਲਾਸਟਿਕ ਦੇ ਬੋਟਲਸ ਤੋਂ ਤੁਸੀਂ ਫਾਈਬਰਸ ਬਣਾ ਸਕਦੇ ਹੋ। ਇਸ ਲੈਸਨ ਦੇ ਵਿੱਚ ਅਸੀਂ ਕੀ ਪੜ੍ਹਿਆ? ਐਕਰੀਲਿਕ, ਆਰਟੀਫਿਸ਼ਲ ਰੇਸ਼ੇ, ਨਾਈਲੋਨ, ਪਲਾਸਟਿਕ, ਪੋਲੀਐਸਟਰ, ਪੋਲੀਮਰਸ, ਪੋਲੀਥੀਨ, ਲਿਫਾਫਿਆਂ ਵਗੈਰਾ ਵਾਲੇ, ਰੇਯੋਨ ਵੁੱਡ ਤੋਂ obtain ਹੁੰਦੀ ਹੈ, ਸਿੰਥੈਟਿਕ ਫਾਈਬਰ, ਟੈਰੀਲੀਨ, ਥਰਮੋਪਲਾਸਟਿਕ ਸੈਟਿੰਗ ਐਂਡ ਪਲਾਸਟਿਕ, ਦੇਅਰ ਯੂਜ਼ਸ ਐਂਡ ਹਾਊ ਕੈਨ ਆਈਡੈਂਟੀਫਾਈ। ਖੁਦ ਇਹ ਵਟ ਇਜ਼ ਬੋਲਕ? ਬੋਲਕ ਕੀ ਹੁੰਦਾ? ਛੋਟੇ ਛੋਟੇ ਇਕਾਈਆਂ ਮਿਲ ਕੇ ਇੱਕ ਵੱਡੀ ਚੇਨ ਬਣਾਉਣ, ਉਹਨਾਂ ਨੂੰ ਅਸੀਂ ਪੋਲੀਮਰ ਜਾਂ ਬੋਲਕ ਕਹਿੰਦੇ ਹਾਂ। ਤਾਂ ਇੱਦਾਂ ਰੇਸ਼ਿਆਂ ਦਾ ਨਿਰਮਾਣ ਕੀਤਾ ਜਾਂਦਾ ਹੈ। ਨਾਈਲੋਨ ਦੇ ਰੇਸ਼ਿਆਂ ਦੀਆਂ ਯੂਜ਼ਸ, ਨਾਈਲੋਨ ਦੇ ਫਾਈਬਰਸ ਅੰਬਰੇਲਾ, ਰੋਪਸ ਵਗੈਰਾ, ਲਗੇਜ, ਨੈਟਿੰਗ ਫੋਰ ਵਾਈਲਸ, ਪੈਰਾਸ਼ੂਟਸ ਵਗੈਰਾ ਲਈ ਬਣਾਉਣ ਦੇ ਕੰਮ ਆਉਂਦੇ ਹੈਗੇ ਆ। ਇਸ ਤੋਂ ਬਿਨਾਂ ਅਸੀਂ ਦੇਖ ਸਕਦੇ ਹੈਗੇ ਹਾਂ ਕਿ ਪਲਾਸਟਿਕ ਜੋ ਹੈ, ਪਲਾਸਟਿਕ ਵੇਸਟ ਦੇ ਨਾਲ ਪੋਲੂਸ਼ਨ ਹੁੰਦਾ, ਹੈਲਥ ਪ੍ਰੋਬਲਮਸ ਹੋਣਗੀਆਂ, ਇਨਵਾਇਰਮੈਂਟ ਪੋਲੂਸ਼ਨਸ ਹੋਏਗਾ, ਠੀਕ ਹੈ। ਥੈਂਕ ਯੂ ਫॉर ਵਾਚਿੰਗ ਦੀ ਵੀਡੀਓ।